ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 9th ਸਾਇੰਸ ਲੈਸਨ ਨੰਬਰ 11 ਵਰਕ ਐਂਡ ਐਨਰਜੀ ਭਾਵ ਕਾਰਜ ਅਤੇ ਊਰਜਾ ਦੀ ਫੁੱਲ ਐਕਸਰਸਾਈਜ਼ ਜੋ ਐਕਸਪਲੇਨ ਕੀਤੀ ਹੋਈ ਹੈ ਸਾਂਝੀ ਕਰਨ ਜਾ ਰਿਹਾ ਹਾਂ। ਇਸ ਨੂੰ ਸਮਝਣ ਲਈ ਬਹੁਤ ਹੀ ਧਿਆਨ ਨਾਲ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ। ਲੈਸਨ 11 ਕਾਰਜ ਅਤੇ ਊਰਜਾ ਵਰਕ ਐਂਡ ਐਨਰਜੀ। ਪ੍ਰਸ਼ਨ ਨੰਬਰ 1, ਕਿਸੇ ਵਸਤੂ ਉੱਤੇ 7 ਨਿਊਟਨ ਦਾ ਬਲ ਲੱਗਦਾ ਹੈ। ਮੰਨ ਲਓ ਬਲ ਦੀ ਦਿਸ਼ਾ ਵਿੱਚ ਵਿਸਥਾਪਨ 8 ਮੀਟਰ ਹੈ। ਮੰਨ ਲਓ ਵਸਤੂ ਦੇ ਵਿਸਥਾਪਨ ਦੇ ਸਮੇਂ ਲਗਾਤਾਰ ਵਸਤੂ ਉੱਤੇ ਬਲ ਲੱਗਦਾ ਰਹਿੰਦਾ ਹੈ। ਇਸ ਸਥਿਤੀ ਵਿੱਚ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ? ਬੇਟੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਕਾਰਜ ਜੋ ਹੈ ਵਰਕ ਹੈ ਉਹ ਹੈ ਫੋਰਸ ਇਨਟੂ ਡਿਸਟੈਂਸ ਭਾਵ ਕਿ ਬਲ ਇਨਟੂ ਵਿਸਥਾਪਨ। ਜਿਵੇਂ ਕਿ ਸਾਨੂੰ ਪਤਾ ਹੈ ਕਿ ਜੋ ਬਲ ਹੈ ਫੋਰਸ ਹੈ ਉਸ ਦੀ ਯੂਨਿਟ ਜੋ ਹੈ ਨਿਊਟਨ ਹੁੰਦੀ ਹੈ ਇਕਾਈ, ਅਤੇ ਵਿਸਥਾਪਨ ਦੀ ਮੀਟਰ ਹੁੰਦੀ ਹੈ। ਇਸ ਕਰਕੇ ਜਦੋਂ 7 ਨਿਊਟਨ ਮਲਟੀਪਲਾਈ ਕਰਾਂਗੇ ਵਿਸਥਾਪਨ ਭਾਵ ਕਿ 8 ਮੀਟਰ ਨਾਲ 7 ਗੁਣਾ 8 ਤੇ ਆਨਸਰ ਸਾਡਾ ਜੋ ਹੈ ਆਏਗਾ 56 ਜੂਲ, ਕਿਉਂਕਿ 56 ਜੂਲ ਜੋ ਹੈ ਉਹ ਕਾਰਜ ਦੀ ਇਕਾਈ ਹੈ ਭਾਵ ਦਾ ਯੂਨਿਟ ਆਫ ਵਰਕ ਇਜ਼ ਜੂਲ। ਇਸ ਕਰਕੇ ਆਨਸਰ ਆਏਗਾ 56 ਜੂਲ। ਪ੍ਰਸ਼ਨ ਨੰਬਰ 2, ਅਸੀਂ ਕਦੋਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ ਹੈ? ਵਾਟ ਇਜ਼ ਵਰਕ? ਵਰਕ ਕੀ ਹੈ, ਕਾਰਜ ਕੀ ਹੈ? ਵਸਤੂ ਉੱਤੇ ਕੋਈ ਬਲ ਲੱਗ ਰਿਹਾ ਹੋਵੇ ਤੇ ਬਲ ਦੀ ਦਿਸ਼ਾ ਵਿੱਚ ਵਸਤੂ ਕੁਝ ਵਿਸਥਾਪਨ ਕਰਦੀ ਹੈ ਭਾਵ ਕਿ ਕੋਈ ਨਾ ਕੋਈ ਦੂਰੀ ਤੈਅ ਕਰਦੀ ਹੈ ਜਾਂ ਉਸਦੇ ਆਕਾਰ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਕਹਾਂਗੇ ਕਿ ਕਾਰਜ ਕੀਤਾ ਗਿਆ ਹੈ। ਜੇਕਰ ਕਿਸੇ ਵਸਤੂ ਉੱਤੇ ਜਿੱਦਾਂ ਕੰਧ ਦੇ ਉੱਤੇ ਆਪਾਂ ਬਲ ਲਗਾਉਂਦੇ ਹਾਂ ਤੇ ਕੰਧ ਵਿੱਚ ਕੋਈ ਵਿਸਥਾਪਨ ਨਹੀਂ ਹੁੰਦਾ, ਕੋਈ ਉਹਦੇ ਆਕਾਰ ਵਿੱਚ ਪਰਿਵਰਤਨ ਨਹੀਂ ਹੁੰਦਾ, ਇਸ ਕਰਕੇ ਆਪਾਂ ਕਹਾਂਗੇ ਕਿ ਕਾਰਜ ਜੋ ਹੈ 0 ਹੈ। ਤੇ ਉਦੋਂ ਕਾਰਜ ਮੰਨਾਂਗੇ ਜਦੋਂ ਕੋਈ ਵਸਤੂ ਦੇ ਆਕਾਰ ਵਿੱਚ ਪਰਿਵਰਤਨ ਆਉਂਦਾ ਹੈ ਜਾਂ ਉਹ ਜੋ ਹੈ ਉਸ ਵਿੱਚ ਵਿਸਥਾਪਨ ਹੁੰਦਾ ਹੈ। ਪ੍ਰਸ਼ਨ ਨੰਬਰ 3, ਜਦੋਂ ਕਿਸੇ ਵਸਤੂ ਉੱਤੇ ਲੱਗਣ ਵਾਲਾ ਬਲ ਇਸ ਦੇ ਵਿਸਥਾਪਨ ਦੀ ਦਿਸ਼ਾ ਵੱਲ ਹੋਵੇ ਤਾਂ ਕੀਤੇ ਗਏ ਕਾਰਜ ਨੂੰ ਪ੍ਰਗਟ ਕਰੋ। ਇਸ ਦਾ ਉੱਤਰ ਹੈ ਕਾਰਜ ਬਰਾਬਰ ਹੁੰਦਾ ਹੈ ਬਲ ਗੁਣਾ ਵਿਸਥਾਪਨ ਭਾਵ ਫੋਰਸ ਇਨਟੂ ਡਿਸਟੈਂਸ ਆਫ ਸੈਪਰੇਸ਼ਨਸ। ਪ੍ਰਸ਼ਨ ਨੰਬਰ 4, 1 ਜੂਲ ਕਾਰਜ ਨੂੰ ਪਰਿਭਾਸ਼ਿਤ ਕਰੋ। ਉੱਤਰ ਹੈ ਇਸ ਦਾ ਜੇਕਰ ਕੋਈ ਵਸਤੂ 1 ਨਿਊਟਨ ਬਲ ਨਾਲ ਭਾਵ ਕਿਸੇ ਵਸਤੂ ਤੇ 1 ਨਿਊਟਨ ਬਲ ਲੱਗਦਾ ਹੈ ਤੇ ਉਹ 1 ਮੀਟਰ ਦੂਰੀ ਤੈਅ ਕਰਦਾ ਹੈ ਭਾਵ 1 ਮੀਟਰ ਦਾ ਵਿਸਥਾਪਨ ਹੁੰਦਾ ਹੈ ਬਲ ਦੀ ਦਿਸ਼ਾ ਵਿੱਚ, ਤਾਂ ਕੀਤਾ ਗਿਆ ਕਾਰਜ 1 ਜੂਲ ਹੈ। ਭਾਵ ਜਦੋਂ ਕਿਸੇ ਵਸਤੂ ਉੱਤੇ 1 ਨਿਊਟਨ ਬਲ ਲਗਾਉਂਦੇ ਹਾਂ ਤਾਂ ਉਹ ਉਸ ਦੇ ਵਿੱਚ 1 ਮੀਟਰ ਦਾ ਵਿਸਥਾਪਨ ਹੁੰਦਾ ਹੈ ਤਾਂ ਕਹਿੰਦੇ ਹਾਂ ਕਿ 1 ਜੂਲ ਕਾਰਜ ਹੋਇਆ ਹੈ। ਪ੍ਰਸ਼ਨ ਨੰਬਰ 5, ਬੈਲਾਂ ਦੀ ਇੱਕ ਜੋੜੀ ਖੇਤ ਨੂੰ ਜੋਤੇ ਸਮੇਂ ਹਲ ਉੱਤੇ 140 ਨਿਊਟਨ ਬਲ ਲਗਾਉਂਦੀ ਹੈ। ਜੋਤਿਆ ਗਿਆ ਖੇਤ 15 ਮੀਟਰ ਲੰਬਾ ਹੈ। ਖੇਤ ਦੀ ਲੰਬਾਈ ਨੂੰ ਜੋੜਨ ਵਿੱਚ ਕਿੰਨਾ ਕਾਰਜ ਕੀਤਾ ਗਿਆ? ਬੇਟੇ ਇਸ ਵਿੱਚ ਜੋਤਿਆ ਗਿਆ ਭਾਵ ਜਿਸ ਖੇਤ ਨੂੰ ਵਾਹੁਣਾ ਹੈ, ਜੋਤਿਆ ਮਤਲਬ ਵਾਹੁਣ ਵਾਲਾ ਖੇਤ 15 ਮੀਟਰ ਲੰਬਾ ਹੈ ਤੇ ਇਸ ਦੀ ਆਪਾਂ ਕਾਰਜ ਪਤਾ ਕਰਨਾ ਹੈ। ਸਾਨੂੰ ਪਤਾ ਕਿ ਕੀਤਾ ਗਿਆ ਕਾਰਜ ਬਰਾਬਰ ਹੁੰਦਾ ਹੈ ਬਲ ਗੁਣਾ ਵਿਸਥਾਪਨ ਭਾਵ ਫੋਰਸ ਇਨਟੂ ਡਿਸਟੈਂਸ। ਤੇ ਫੋਰਸ ਕਿੰਨੀ ਲੱਗੀ ਆ, ਬਲ ਕਿੰਨਾ ਨਿਊਟਨ ਲੱਗਾ 140 ਨਿਊਟਨ ਤੇ ਵਿਸਥਾਪਨ ਕਿੰਨਾ ਹੋਇਆ 15 ਮੀਟਰ ਤੇ ਟੋਟਲ ਇਸ ਦਾ ਜਦੋਂ ਉਹਨੂੰ ਮਲਟੀਪਲਾਈ ਕੀਤਾ ਤਾਂ ਸਾਡਾ ਆਨਸਰ ਆ ਗਿਆ 2100 ਜੂਲ। ਪ੍ਰਸ਼ਨ ਨੰਬਰ 6, ਕਿਸੇ ਵਸਤੂ ਦੀ ਗਤੀਜ ਊਰਜਾ ਕੀ ਹੁੰਦੀ ਹੈ? ਉਹ ਊਰਜਾ ਦੀਆਂ ਬੇਟੇ 2 ਕਿਸਮਾਂ ਹੁੰਦੀਆਂ ਹਨ, ਗਤੀਜ ਊਰਜਾ ਤੇ ਸਥਿਤਿਜ ਊਰਜਾ। ਆਪਾਂ ਇੱਥੇ ਗਤੀਜ ਊਰਜਾ ਦੀ ਗੱਲ ਕਰਾਂਗੇ। ਕਿਸੇ ਵਸਤੂ ਦੀ ਗਤੀ ਕਾਰਨ ਮੌਜੂਦ ਊਰਜਾ ਨੂੰ ਗਤੀਜ ਊਰਜਾ ਕਹਿੰਦੇ ਹਨ ਤੇ ਜਿਹੜੀ ਸਥਿਤੀ ਕਾਰਨ ਮੌਜੂਦ ਊਰਜਾ ਹੁੰਦੀ ਹੈ ਉਹਨੂੰ ਸਥਿਤਿਜ ਊਰਜਾ ਕਹਿੰਦੇ ਆ। ਇਸ ਕਰਕੇ ਆਪਾਂ ਇੱਥੇ ਲਿਖਾਂਗੇ ਗਤੀਜ ਊਰਜਾ ਬਾਰੇ। ਪ੍ਰਸ਼ਨ ਨੰਬਰ 7, ਕਿਸੇ ਵਸਤੂ ਦੀ ਗਤੀਜ ਊਰਜਾ ਦੇ ਲਈ ਸੂਤਰ ਲਿਖੋ। ਇਸ ਦਾ ਸੂਤਰ ਹੁੰਦਾ ਹੈ ਹਾਫ mv² ਭਾਵ ਕਿ 1/2 m ਹੁੰਦਾ ਪੁੰਜ ਮਾਸ ਅਤੇ ਵੇਗ ਦਾ ਵਰਗ। ਪ੍ਰਸ਼ਨ ਨੰਬਰ 8, 5 ਮੀਟਰ ਪ੍ਰਤੀ ਸੈਕਿੰਡ ਦੇ ਵੇਗ ਵਿੱਚ
ਗਤੀਸ਼ੀਲ ਕਿਸੇ ਪੁੰਜ ਦੀ ਵਸਤੂ ਦੀ ਗਤਿਜ 25 ਜੂਲ ਹੈ। ਜੇਕਰ ਕਿਸੇ ਇਸ ਦੇ ਵੇਗ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ ਇਸ ਦੀ ਗਤਿਜ ਊਰਜਾ ਕਿੰਨੀ ਹੋ ਜਾਵੇਗੀ। ਜੇਕਰ ਇਸ ਦੇ ਵੇਗ ਨੂੰ 3 ਗੁਣਾ ਕਰ ਦਿੱਤਾ ਜਾਵੇ ਤਾਂ ਇਸ ਦੀ ਗਤਿਜ ਊਰਜਾ ਕਿੰਨੀ ਹੋਵੇਗੀ। ਜਿਵੇਂ ਕਿ ਆਪਾਂ ਉੱਪਰ ਦੇਖਿਆ ਕਿ ਗਤਿਜ ਊਰਜਾ ਦਾ ਜੋ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਹੈ ਹਾਫ mv²। ਜੇਕਰ ਆਪਾਂ ਦੇਖਣਾ ਕਿ ਇਸ ਦੇ ਵੇਗ ਨੂੰ ਦੁੱਗਣਾ ਕਰ ਦਈਏ ਤਾਂ ਗਤਿਜ ਊਰਜਾ ਕਿੰਨੀ ਹੋਵੇਗੀ, ਅਤੇ ਜੇਕਰ ਇਸ ਦੇ ਵੇਗ ਨੂੰ 3 ਗੁਣਾ ਕਰ ਦਿੱਤਾ ਜਾਵੇ ਤਾਂ ਫਿਰ ਇਸ ਦੀ ਗਤਿਜ ਊਰਜਾ ਕਿੰਨੀ ਹੋਵੇਗੀ। ਇਸ ਦਾ ਉੱਤਰ ਹੈ ਕਿਉਂਕਿ ਗਤਿਜ ਊਰਜਾ ਹਾਫ mv² ਹੈ, ਇਸ ਲਈ ਵੇਗ ਦੁੱਗਣਾ ਕਰਨ 'ਤੇ ਗਤਿਜ ਊਰਜਾ 4 ਗੁਣਾ ਹੋ ਜਾਵੇਗੀ ਅਤੇ ਇਸ ਲਈ ਗਤਿਜ ਊਰਜਾ ਕਿੰਨੀ ਹੋਏਗੀ 25 ਗੁਣਾ 4 ਬਰਾਬਰ 100 ਜੂਲ। ਅਤੇ ਜੇ ਵੇਗ 3 ਗੁਣਾ ਕੀਤਾ ਤਾਂ ਇਹ ਕਿੰਨਾ ਹੋ ਜਾਊਗਾ ਆਪਾਂ 25 ਗੁਣਾ 9, ਕਿਉਂਕਿ ਉਹਦਾ ਆਪਾਂ ਵਰਗ ਲੈਣਾ ਹੈ। 2 ਦੂਣੀ 4 ਹੋ ਗਿਆ ਸੀ ਉੱਤੇ, ਅਤੇ 3 ਦੀ 2 ਹੋ ਜਾਊਗਾ, ਜਿਹੜਾ ਵੇਗ ਜੋ ਹੈ 3 ਦੀ 2, ਕਿਉਂਕਿ ਆਪਾਂ ਪੜ੍ਹਿਆ ਸੀ 1/2 m ਗੁਣਾ b ਦੀ 2 ਭਾਵ ਵੇਗ ਦੀ 2, ਅਤੇ ਉਹ ਸਾਡਾ ਹੋ ਜਾਊਗਾ 3 ਦੂਣੀ 33 9, 3 ਦਾ ਵਰਗ 33 9, ਇਸ ਕਰਕੇ 25 ਗੁਣਾ 9 ਬਰਾਬਰ ਆ ਗਿਆ ਸਾਡਾ 225 ਜੂਲ। ਸ਼ਕਤੀ ਕੀ ਹੈ, ਵਟ ਇਜ਼ ਪਾਵਰ। ਕਾਰਜ ਕਰਨ ਦੀ ਦਰ ਨੂੰ ਸ਼ਕਤੀ ਕਹਿੰਦੇ ਹਨ, ਭਾਵ ਕਿ ਕਾਰਜ ਬਟਾ ਸਮਾਂ, ਭਾਵ ਵਰਕ ਅਪੋਨ ਟਾਈਮ। ਅਤੇ ਇਸ ਦੀ ਇਕਾਈ ਸਾਨੂੰ ਜਿਵੇਂ ਕਿ ਪਤਾ ਹੈ, ਸ਼ਕਤੀ ਦੀ ਇਕਾਈ ਜੋ ਵਾਟ ਹੁੰਦੀ ਹੈ, ਵਾਟ। ਪ੍ਰਸ਼ਨ 10, 1 ਵਾਟ ਸ਼ਕਤੀ ਨੂੰ ਪਰਿਭਾਸ਼ਿਤ ਕਰੋ। ਜਿਵੇਂ ਕਿ ਉੱਪਰ ਆਪਾਂ ਫਾਰਮੂਲਾ ਦੇਖਿਆ ਹੈ, ਜਦੋਂ ਆਪਾਂ ਕਿਸੇ ਚੀਜ਼ 'ਤੇ 1 ਜੂਲ ਕਾਰਜ ਕਰਦੇ ਹਾਂ ਤਾਂ ਉਹ 1 ਸੈਕਿੰਡ ਵਿੱਚ ਉਹ ਕਾਰਜ ਹੁੰਦਾ ਆ, ਤਾਂ ਉਹਨੂੰ ਆਪਾਂ ਕਹਿੰਦੇ 1 ਵਾਟ। ਪ੍ਰਸ਼ਨ ਨੰਬਰ 11, ਇੱਕ ਲੈਂਪ 1000 ਜੂਲ ਬਿਜਲੀ ਊਰਜਾ 10 ਸੈਕਿੰਡ ਵਿੱਚ ਵਰਤਦਾ ਹੈ, ਇਸ ਦੀ ਸ਼ਕਤੀ ਕਿੰਨੀ ਹੁੰਦੀ ਹੈ। ਜਿਹੜੇ ਆਪਾਂ ਪੜ੍ਹਿਆ ਸੀ ਕਿ W/T ਭਾਵ ਕਾਰਜ ਬਟਾ ਸਮਾਂ, ਇਸ ਕਰਕੇ 1000/10, ਜਦੋਂ ਆਪਾਂ 0 ਕੱਟ ਦਿੱਤੇ ਆ 10 ਨਾਲ ਕੱਟ ਕਰਾਂਗੇ 1000 ਦੀ ਤਾਂ 100 ਵਾਟ ਇਸ ਦਾ ਆਨਸਰ ਆਏਗਾ। ਪ੍ਰਸ਼ਨ ਨੰਬਰ 12, ਔਸਤ ਸ਼ਕਤੀ ਨੂੰ ਪਰਿਭਾਸ਼ਿਤ ਕਰੋ। ਐਵਰੇਜ ਪਾਵਰ। ਉੱਤਰ ਹੈ ਇਸ ਦਾ ਕੁੱਲ ਕੀਤੇ ਕਾਰਜ ਅਤੇ ਕੁੱਲ ਕੀਤੇ ਲੱਗੇ ਸਮਾਂ, ਜਾਂ ਕੁੱਲ ਕੀਤੇ ਗਏ ਕਾਰਜ ਅਤੇ ਕੁੱਲ ਲੱਗੇ ਸਮੇਂ ਦੇ ਅਨੁਪਾਤ ਨੂੰ ਔਸਤ ਸ਼ਕਤੀ ਕਹਿੰਦੇ ਹਨ। ਹੁਣ ਆਪਾਂ ਅਭਿਆਸ ਦੇ ਪ੍ਰਸ਼ਨ ਕਰਾਂਗੇ। ਪ੍ਰਸ਼ਨ ਨੰਬਰ 1, ਹੇਠ ਲਿਖੀਆਂ ਸੂਚੀਬੱਧ ਕਿਰਿਆਵਾਂ ਨੂੰ ਧਿਆਨ ਨਾਲ ਵੇਖੋ। ਆਪਣੀ ਕਾਰਜ ਸ਼ਬਦ ਦੀ ਵਿਆਖਿਆ ਦੇ ਆਧਾਰ 'ਤੇ, ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਾਰਜ ਕੀ ਹੁੰਦਾ ਹੈ, ਉਹਦੇ ਹਿਸਾਬ ਨਾਲ ਆਪਾਂ ਆਧਾਰ 'ਤੇ ਦੱਸਣਾ ਹੈ ਨੀਚੇ ਕਿ ਕਾਰਜ ਹੋ ਰਿਹਾ ਕਿ ਨਹੀਂ ਹੋ ਰਿਹਾ। ਦੇਖੋ ਊੜਾ, ਸੂਮਾ ਇੱਕ ਤਲਾਬ ਵਿੱਚ ਤੈਰ ਰਹੀ ਹੈ, ਭਾਵ ਉਹ ਕਾਰਜ ਕਰ ਰਹੀ ਹੈ ਅਤੇ ਉਹਦੀ ਦਿਸ਼ਾ ਵਿੱਚ ਵਿਸਥਾਪਨ ਵੀ ਹੋ ਰਿਹਾ, ਇਸ ਕਰਕੇ ਕਾਰਜ ਹੋ ਰਿਹਾ ਹੈ। ਐੜਾ, ਇੱਕ ਗਧੇ ਨੇ ਆਪਣੀ ਪਿੱਠ ਉੱਤੇ ਬੋਝਾ ਉਠਾਇਆ ਹੋਇਆ ਹੈ, ਕਿਉਂਕਿ ਉਹਨੇ ਉਠਾਇਆ ਹੋਇਆ ਲਿਖਿਆ ਹੈ ਉਹ ਗਧੇ ਨੇ, ਪਰ ਗਧਾ ਚੱਲ ਨਹੀਂ ਰਿਹਾ ਇਹਦੇ ਵਿੱਚ, ਇਸ ਕਰਕੇ ਵਿਸਥਾਪਨ ਨਹੀਂ ਹੋ ਰਿਹਾ, ਇਸ ਕਰਕੇ ਭਲਾ ਬਲ ਜਿੰਨਾ ਮਰਜ਼ੀ ਲੱਗ ਰਿਹਾ ਹੈ ਉਸ ਉੱਤੇ, ਪਰ ਗਧਾ ਵਿਸਥਾਪਨ 0 ਹੈ, ਇਸ ਕਰਕੇ ਇਸ ਦੇ ਉੱਤੇ ਕਾਰਜ 0 ਹੋਏਗਾ। ਪ੍ਰਸ਼ਨ ਈੜੀ, ਇੱਕ ਪਵਨ ਚੱਕੀ ਖੂਹ ਤੋਂ ਪਾਣੀ ਉਠਾ ਰਹੀ ਹੈ, ਇਸ ਦਾ ਉੱਤਰ ਹੈ ਕਿਉਂਕਿ ਕਾਰਜ ਵੀ ਹੋ ਰਿਹਾ ਅਤੇ ਵਿਸਥਾਪਨ ਵੀ ਹੋ ਰਿਹਾ, ਬਲ ਵੀ ਲੱਗ ਰਿਹਾ, ਘੁੰਮ ਰਿਹਾ ਪੌਣ ਚੱਕੀ, ਇਸ ਕਰਕੇ ਇਹ ਕਾਰਜ ਹੋ ਰਿਹਾ ਹੈ। ਸੱਸਾ, ਇੱਕ ਹਰੇ ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਹੋ ਰਹੀ ਹੈ, ਕਾਰਜ ਨਹੀਂ ਹੋ ਰਿਹਾ ਕਿਉਂਕਿ ਇਸ ਉੱਤੇ ਕੋਈ ਬਲ ਨਹੀਂ ਲੱਗ ਰਿਹਾ। ਹਾਂ, ਇੱਕ ਇੰਜਣ ਗੱਡੀ ਨੂੰ ਖਿੱਚ ਰਿਹਾ ਹੈ, ਭਾਵ ਇੰਜਣ ਖਿੱਚ ਰਿਹਾ, ਉਸ 'ਤੇ ਬਲ ਲੱਗਦਾ ਹੈ ਅਤੇ ਉਹ ਉਸੇ ਦਿਸ਼ਾ ਵਿੱਚ ਗਤੀ ਵੀ ਕਰ ਰਿਹਾ, ਵਿਸਥਾਪਨ ਵੀ ਹੋ ਰਿਹਾ, ਇਸ ਕਰਕੇ ਕਾਰਜ ਹੋ ਰਿਹਾ ਹੈ। ਕੱਕਾ, ਅਨਾਜ ਦੇ ਦਾਣੇ ਸੂਰਜ ਦੀ ਧੁੱਪ ਵਿੱਚ ਸੁੱਕ ਰਹੇ ਹਨ, ਇਸ ਦਾ ਉੱਤਰ ਹੈ ਕਾਰਜ ਨਹੀਂ ਹੋ ਰਿਹਾ ਕਿਉਂਕਿ ਇਸ ਉੱਤੇ ਕੋਈ ਬਲ ਨਹੀਂ ਲੱਗ ਰਿਹਾ। ਖੱਖਾ, ਇੱਕ ਮਾਲ ਕਿਸ਼ਤੀ ਪੌਣ ਊਰਜਾ ਦੇ ਕਾਰਨ ਗਤੀਸ਼ੀਲ ਹੈ, ਪੌਣ ਊਰਜਾ ਦੁਆਰਾ ਕਾਰਜ ਹੋ ਰਿਹਾ ਕਿਉਂਕਿ ਬਲ ਦੀ ਦਿਸ਼ਾ ਵਿੱਚ ਉਹ ਗਤੀ ਕਰ ਰਹੀ ਹੈ, ਭਾਵ ਵਿਸਥਾਪਨ ਹੋ ਰਿਹਾ ਹੈ। ਪ੍ਰਸ਼ਨ ਨੰਬਰ 2, ਇੱਕ ਵਸਤੂ ਨੂੰ ਧਰਤੀ ਤੋਂ ਕਿਸੇ ਕੋਣ ਤੋਂ ਸੁੱਟਿਆ ਜਾਂਦਾ ਹੈ, ਇਹ ਇੱਕ ਵਕਰ ਪਥ ਉੱਤੇ ਚੱਲਦਾ ਹੈ ਅਤੇ ਵਾਪਸ ਧਰਤੀ ਉੱਤੇ ਆ ਕੇ ਡਿੱਗਦਾ ਹੈ। ਵਸਤੂ ਦੇ ਪਥ ਦੇ ਆਰੰਭਕ ਅਤੇ ਅੰਤਮ ਬਿੰਦੂ ਇੱਕ ਹੀ ਹੌਰੀਜ਼ੈਂਟਲ ਰੇਖਾ ਉੱਤੇ ਸਥਿਤ ਹੈ। ਵਸਤੂ ਉੱਤੇ ਗੁਰੂਤਵ ਬਲ ਦੁਆਰਾ ਕਿੰਨਾ ਕਾਰਜ ਕੀਤਾ ਗਿਆ ਹੈ? 0। ਇਸ ਦਾ ਉੱਤਰ ਹੋਏਗਾ 0, ਕਿਉਂਕਿ ਇਸ ਸਥਿਤੀ ਵਿੱਚ ਗੁਰੂਤਵ ਬਲ ਅਤੇ ਵਿਸਥਾਪਨ ਵਿੱਚ 90 ਡਿਗਰੀ ਦਾ ਕੋਣ ਬਣਦਾ ਹੈ
ਅਤੇ ਕਾਰਜ ਬਰਾਬਰ ਹੁੰਦਾ ਹੈ ਬਲ ਇੰਟੂ ਵਿਸਥਾਪਨ ਭਾਵ cos ਥੀਟਾ। ਇਸ ਕਰਕੇ cos ਥੀਟਾ ਜੋ ਹੈ 90 ਡਿਗਰੀ ਹੈ, cos 90 ਡਿਗਰੀ ਬਰਾਬਰ ਹੁੰਦਾ ਹੈ 0। ਇਸ ਕਰਕੇ ਜੋ ਹੈ ਡਿਸਟੈਂਸ 0 ਹੋਈ ਅਤੇ ਇਸ ਕਰਕੇ ਉਸ ਉੱਤੇ ਜਦੋਂ ਬਲ ਨਾਲ ਉਹਨੂੰ ਗੁਣਾ ਕੀਤਾ, ਮਲਟੀਪਲਾਈ ਕੀਤਾ ਤਾਂ ਕਾਰਜ 0 ਹੋ ਗਿਆ। ਪ੍ਰਸ਼ਨ ਨੰਬਰ 3, ਇੱਕ ਬੈਟਰੀ ਬਲਬ ਜਲਾਉਂਦੀ ਹੈ, ਇਸ ਪ੍ਰਕਿਰਿਆ ਵਿੱਚ ਹੋਣ ਵਾਲੇ ਊਰਜਾ ਪਰਿਵਰਤਨਾਂ ਦਾ ਵਰਣਨ ਕਰੋ। ਬੈਟਰੀ ਵਿੱਚ ਬੇਟੇ ਕੀ ਹੁੰਦੀ ਆ, ਸਾਨੂੰ ਪਤਾ ਕਿ ਉਸ ਵਿੱਚ ਰਸਾਇਣਿਕ ਜਿਹੜੇ ਆ ਪਦਾਰਥ ਹੁੰਦੇ ਆ ਅਤੇ ਉਹ ਰਸਾਇਣਿਕ ਊਰਜਾ ਹੈ ਉਸ ਵਿੱਚ, ਰਸਾਇਣਿਕ ਪਦਾਰਥਾਂ ਵਿੱਚ। ਅਤੇ ਰਸਾਇਣਿਕ ਊਰਜਾ ਜਿਹੜੀ ਆ ਬਿਜਲੀ ਊਰਜਾ ਵਿੱਚ ਪਰਿਵਰਤਿਤ ਹੁੰਦੀ ਆ ਅਤੇ ਉਹ ਬਿਜਲੀ ਊਰਜਾ ਜਿਹੜੀ ਹੈ ਫਿਰ ਉਹ ਤਾਪ ਊਰਜਾ ਭਾਵ ਬਲਬ ਨੂੰ ਵਿੱਚ ਅੰਦਰੋਂ ਗਰਮ ਕਰਦੀ ਹੈ ਅਤੇ ਗਰਮ ਹੋਣ ਨਾਲ ਉਹ ਚਮਕਦਾ ਹੈ ਅਤੇ ਉਸ ਵਿੱਚ ਪ੍ਰਕਾਸ਼ ਊਰਜਾ ਵਿੱਚ ਪਰਿਵਰਤਿਤ ਹੁੰਦਾ ਹੈ। ਇਸ ਤਰ੍ਹਾਂ ਜੋ ਹੈ ਇਹ ਸਾਡਾ ਬੈਟਰੀ ਜਦੋਂ ਜਲਦੀ ਆ ਤਾਂ ਕਿਹੜੀ ਊਰਜਾ ਕਿਸ ਵਿੱਚ ਪਰਿਵਰਤਿਤ ਹੁੰਦੀ ਆ, ਰਸਾਇਣਿਕ ਊਰਜਾ ਪਹਿਲੇ ਉਹਦੇ ਸੈੱਲ ਦੇ ਅੰਦਰ ਹੁੰਦੀ ਆ, ਉਹ ਬਿਜਲੀ ਊਰਜਾ ਵਿੱਚ ਪਰਿਵਰਤਿਤ ਹੁੰਦੀ ਹੈ ਅਤੇ ਬਿਜਲੀ ਊਰਜਾ ਜਿਹੜਾ ਸੈੱਲ ਬਿਜਲੀ ਪੈਦਾ ਕਰਦਾ ਇਸ ਕਰਕੇ ਬਿਜਲੀ ਊਰਜਾ ਹੈ। ਅਤੇ ਉਸ ਤੋਂ ਬਿਜਲੀ ਊਰਜਾ ਤੋਂ ਬਾਅਦ ਤਾਪ ਊਰਜਾ ਹੁੰਦੀ ਹੈ ਅਤੇ ਤਾਪ ਊਰਜਾ ਤੋਂ ਬਾਅਦ ਬਲਬ ਜਗਦਾ ਹੈ ਭਾਵ ਕਿ ਉਹ ਪ੍ਰਕਾਸ਼ ਦਿੰਦਾ ਹੈ, ਇਸ ਕਰਕੇ ਉਹਦੇ ਵਿੱਚ ਉਹ ਪ੍ਰਕਾਸ਼ ਊਰਜਾ ਪੈਦਾ ਹੁੰਦੀ ਹੈ। ਪ੍ਰਸ਼ਨ ਨੰਬਰ 4, 20 ਕਿਲੋਗ੍ਰਾਮ ਪੁੰਜ ਉੱਤੇ ਲੱਗਣ ਵਾਲਾ ਕੋਈ ਬਲ ਇਸ ਦੇ ਵੇਗ ਨੂੰ 5 ਮੀਟਰ ਪਰ ਸੈਕਿੰਡ ਤੋਂ 2 ਮੀਟਰ ਪਰ ਸੈਕਿੰਡ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਬਲ ਦੁਆਰਾ ਕੀਤੇ ਗਏ ਕਾਰਜ ਦਾ ਪਤਾ ਕਰੋ। ਇਸ ਵਿੱਚ ਪੁੰਜ ਵੀ ਦਿੱਤਾ ਹੋਇਆ, ਆਰੰਭਕ ਵੇਗ ਵੀ ਦਿੱਤਾ ਹੋਇਆ, ਅੰਤਮ ਵੇਗ ਵੀ ਦਿੱਤਾ ਹੋਇਆ ਹੈ। ਇਸ ਕਰਕੇ ਇਹਦੇ ਵਿੱਚ ਪੂਰਾ ਨਿਊਮੈਰੀਕਲ ਸੋਲਵ ਕੀਤਾ ਹੋਇਆ ਹੈ ਅਤੇ ਜੋ ਆਨਸਰ ਹੈ ਉਹ ਰਿਣਾਤਮਕ ਆਏਗਾ। ਰਿਣਾਤਮਕ ਇਸ ਕਰਕੇ ਹੁੰਦਾ ਹੈ ਕਿ ਜਿਸ ਦਿਸ਼ਾ ਵਿੱਚ ਆਪਾਂ ਬਲ ਲਗਾਇਆ ਸੀ ਉਸ ਤੋਂ ਉਲਟ ਦਿਸ਼ਾ ਵਿੱਚ ਜਿਹੜਾ ਹੈ ਵਿਸਥਾਪਨ ਹੋ ਰਿਹਾ ਹੈ। ਇਸ ਕਰਕੇ ਦੋਨੋਂ ਊਰਜਾ ਦਾ ਜੋ ਹੈ ਆਰੰਭਕ ਊਰਜਾ ਜੋ ਆਪਾਂ ਫਾਰਮੂਲਾ ਊਰਜਾ ਦਾ ਪੜ੍ਹਿਆ ਸੀ ਗਤਿਜ ਊਰਜਾ ਦਾ ½mv², ਉਹ ਦੋਨਾਂ ਦਾ ਆਪਾਂ ਕੰਪੇਅਰ ਕਰ ਲੈਣਾ ਹੈ ਅਤੇ ਜੋ ਆਨਸਰ ਮਾਈਨਸ ਵਿੱਚ ਆਏਗਾ ਉਹ ਇਸ ਕਰਕੇ ਆ ਰਿਹਾ ਹੈ ਕਿਉਂਕਿ ਵਿਸਥਾਪਨ ਜਿਹੜਾ ਹੈ ਉਲਟ ਦਿਸ਼ਾ ਵਿੱਚ ਹੋ ਰਿਹਾ ਹੈ ਜਿਸ ਦਿਸ਼ਾ ਵਿੱਚ ਬਲ ਲੱਗ ਰਿਹਾ ਸੀ। ਪ੍ਰਸ਼ਨ ਨੰਬਰ 5, 10 ਕਿਲੋਗ੍ਰਾਮ ਦ੍ਰਵਮਾਨ ਦੀ ਇੱਕ ਵਸਤੂ ਮੇਜ਼ ਉੱਤੇ A ਬਿੰਦੂ ਉੱਤੇ ਰੱਖੀ ਹੋਈ ਹੈ। ਇਸ ਨੂੰ B ਬਿੰਦੂ ਤੱਕ ਲਿਜਾਇਆ ਜਾਂਦਾ ਹੈ। ਜੇਕਰ A ਅਤੇ B ਨੂੰ ਮਿਲਾਉਣ ਵਾਲੀ ਰੇਖਾ ਹੌਰੀਜ਼ੈਂਟਲ ਹੈ ਤਾਂ ਵਸਤੂ ਉੱਤੇ ਗੁਰੂਤਵ ਬਲ ਦੁਆਰਾ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ? ਆਪਣੇ ਉੱਤਰ ਦੀ ਵਿਆਖਿਆ ਕਰੋ। ਹਾਂਜੀ, ਇਸ ਦਾ ਉੱਤਰ ਆਏਗਾ 0 ਹੋਏਗਾ ਕਿਉਂਕਿ ਆਪਾਂ ਜਿਵੇਂ ਕਿ ਪਿੱਛੇ ਪੜ੍ਹਿਆ ਸੀ ਜੋ ਬਲ ਹੈ ਅਤੇ ਉਸ ਨੂੰ ਆਪਾਂ ਜਦੋਂ ਵਿਸਥਾਪਨ ਜੋ ਹੈ cos ਥੀਟਾ ਹੈ ਉਹ 90 ਡਿਗਰੀ ਹੈ ਅਤੇ cos ਥੀਟਾ 90 ਡਿਗਰੀ ਜੋ ਹੈ ਉਹ 0 ਹੁੰਦਾ ਹੈ ਅਤੇ ਜਦੋਂ ਆਪਾਂ ਬਲ ਨੂੰ ਵਿਸਥਾਪਨ 0 ਨਾਲ ਮਲਟੀਪਲਾਈ ਕਰਦੇ ਤਾਂ ਆਨਸਰ 0 ਆਉਂਦਾ ਹੈ। ਪ੍ਰਸ਼ਨ ਨੰਬਰ 6, ਮੁਕਤ ਰੂਪ ਵਿੱਚ ਡਿੱਗਦੇ ਇੱਕ ਪਿੰਡ ਦੀ ਸਥਿਤਿਜ ਊਰਜਾ ਲਗਾਤਾਰ ਘੱਟ ਹੁੰਦੀ ਜਾਂਦੀ ਹੈ। ਕੀ ਇਹ ਊਰਜਾ ਸੁਰੱਖਿਆ ਨਿਯਮ ਦਾ ਉਲੰਘਣ ਕਰਦੀ ਹੈ? ਕਾਰਨ ਦੱਸੋ। ਇਸ ਦਾ ਉੱਤਰ ਹੈ ਮੁਕਤ ਰੂਪ ਵਿੱਚ ਡਿੱਗ ਰਹੇ ਪਿੰਡ ਦੀ ਸਥਿਤਿਜ ਊਰਜਾ ਘਟਦੀ ਜਾਂਦੀ ਹੈ, ਗਤਿਜ ਊਰਜਾ ਵੱਧਦੀ ਜਾਂਦੀ ਹੈ, ਪਰ ਦੋਵਾਂ ਊਰਜਾਵਾਂ ਦਾ ਕੁੱਲ ਵੇਗ ਸਥਿਰ ਰਹਿੰਦਾ ਹੈ। ਇਸ ਕਰਕੇ ਇਹ ਸੁਰੱਖਿਆ ਊਰਜਾ ਦਾ ਨਿਯਮ ਦਾ ਉਲੰਘਣ ਨਹੀਂ ਹੈ। ਪ੍ਰਸ਼ਨ ਨੰਬਰ 7, ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਕਿੱਥੋਂ ਕਿੱਥੋਂ ਊਰਜਾ ਰੂਪਾਂਤਰਿਤ ਹੁੰਦੀ ਹੈ? ਇਸ ਦਾ ਉੱਤਰ ਹੈ ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਤਾਂ ਸਾਡੀਆਂ ਪੇਸ਼ੀਆਂ ਦੀ ਊਰਜਾ ਗਤਿਜ ਊਰਜਾ ਅਤੇ ਤਾਪ ਊਰਜਾ ਵਿੱਚ ਬਦਲਦੀ ਹੈ। ਗਤਿਜ ਊਰਜਾ ਨਾਲ ਸਾਈਕਲ ਚੱਲਦੀ ਹੈ ਅਤੇ ਤਾਪ ਊਰਜਾ ਨਾਲ ਸਾਡਾ ਸਰੀਰ ਗਰਮ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 8, ਜਦੋਂ ਤੁਸੀਂ ਸਾਰੀ ਸ਼ਕਤੀ ਲਗਾ ਕੇ ਇੱਕ ਵੱਡੀ ਚਟਾਨ ਨੂੰ ਧੱਕਣਾ ਚਾਹੁੰਦੇ ਹੋ, ਇਸ ਨੂੰ ਹਿਲਾਉਣ ਵਿੱਚ ਅਸਫਲ ਹੋ ਜਾਂਦੇ ਹੋ, ਕੀ ਇਸ ਅਵਸਥਾ ਵਿੱਚ ਊਰਜਾ ਦਾ ਰੂਪਾਂਤਰਣ ਹੁੰਦਾ ਹੈ? ਆਪ ਦੁਆਰਾ ਖਰਚ ਕੀਤੀ ਗਈ ਊਰਜਾ ਕਿੱਥੇ ਚਲੀ ਜਾਂਦੀ ਹੈ? ਉੱਤਰ ਨਹੀਂ। ਜੇਕਰ ਧੱਕਾ ਲਗਾਉਣ 'ਤੇ ਚਟਾਨ ਨਹੀਂ ਹਿਲਦੀ ਤਾਂ ਕੋਈ ਵੀ ਕਾਰਜ ਦਾ ਊਰਜਾ ਦਾ ਸਥਾਨਾਂਤਰਨ ਨਹੀਂ ਹੁੰਦਾ ਕਿਉਂਕਿ ਆਪਾਂ ਪੜ੍ਹਿਆ ਸੀ ਕਿ ਕਾਰਜ ਉਦੋਂ ਮੰਨਿਆ ਜਾਂਦਾ ਹੈ ਜਦੋਂ ਕਿਸੇ ਚੀਜ਼ 'ਤੇ ਬਲ ਲਗਾਉਂਦੇ ਹਾਂ ਤਾਂ ਉਸ ਵਿੱਚ ਵਿਸਥਾਪਨ ਹੋਣਾ ਜ਼ਰੂਰੀ ਹੈ। ਇਸ ਸਥਿਤੀ ਵਿੱਚ ਊਰਜਾ ਪੇਸ਼ੀਆਂ ਦੀ ਗਤੀਵਿਧੀਆਂ ਵਿੱਚ ਖਰਚ ਹੋ ਜਾਂਦੀ ਹੈ। ਪ੍ਰਸ਼ਨ ਨੰਬਰ 9, ਕਿਸੇ ਘਰ ਵਿੱਚ ਇੱਕ ਮਹੀਨੇ ਵਿੱਚ ਊਰਜਾ ਦੀ 250 ਯੂਨਿਟ ਖਰਚ ਹੋਈ ਹੈ। ਇਹ ਊਰਜਾ ਜੂਲ ਵਿੱਚ ਕਿੰਨੀ ਹੋਵੇਗੀ?
ਕਿਉਂਕਿ ਊਰਜਾ ਜੋ 250 ਕਿਲੋਵਾਟ ਪਰ ਆਵਰਸ ਆ, 250 ਯੂਨਿਟ ਭਾਵ ਕਿ 250 ਕਿਲੋਵਾਟ ਪ੍ਰਤੀ ਆਵਰਸ ਪਰ ਪ੍ਰਤੀ ਘੰਟਾ। ਇਹ ਹੈ 250 ਗੁਣਾ 3.6 ਗੁਣਾ 10 ਦੀ ਘਾਤ 6 ਜੂਲ, ਕਿਉਂਕਿ ਜੋ 1 ਕਿਲੋਵਾਟ ਪਰ ਆਵਰਸ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ 3.6 ਇੰਟੂ 10 ਦੀ ਪਾਵਰ 6 ਜੂਲ। ਇਸ ਕਰਕੇ ਇਸ ਦਾ ਜੋ ਆਨਸਰ ਹੈ ਇਹਨਾਂ ਨੂੰ ਮਲਟੀਪਲਾਈ ਕਰਨ ਤੇ ਆਏਗਾ 9 ਇੰਟੂ 10 ਦੀ ਘਾਤ 8 ਜੂਲ। ਪ੍ਰਸ਼ਨ ਨੰਬਰ 10, 40 ਕਿਲੋਗ੍ਰਾਮ ਪੁੰਜ ਦਾ ਇੱਕ ਪਿੰਡ ਧਰਤੀ ਤੋਂ 5 ਮੀਟਰ ਦੀ ਉਚਾਈ ਤੱਕ ਉਠਾਇਆ ਜਾਂਦਾ ਹੈ। ਇਸ ਦੀ ਸਥਿਤਿਜ ਊਰਜਾ ਕਿੰਨੀ ਹੈ? ਜੇਕਰ ਪਿੰਡ ਨੂੰ ਮੁਕਤ ਰੂਪ ਨਾਲ ਡਿੱਗਣ ਦਿੱਤਾ ਜਾਵੇ ਤਾਂ ਜਦੋਂ ਪਿੰਡ ਠੀਕ ਅੱਧੇ ਰਸਤੇ ਉੱਤੇ ਹੈ ਉਸ ਸਮੇਂ ਇਸ ਸਥਿਤਿਜ ਊਰਜਾ ਦਾ ਪਰਿਕਲਨ ਕਰੋ। ਇਸ ਵਿੱਚ ਜੋ ਜੀ ਹੈ ਭਾਵ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਹੈ, ਜੋ ਗੁਰੂਤਾਕਰਸ਼ਣ ਪ੍ਰਵੇਗ ਹੈ, ਉਹ ਸਾਨੂੰ ਪਤਾ ਹੈ ਕਿ ਉਹ ਹੁੰਦਾ ਹੈ 10 ਮੀਟਰ ਪਰ ਸੈਕਿੰਡ ਸਕੁਅਰ। ਅਤੇ ਇਹ ਆਪਾਂ ਜੋ ਹੈ ਉਸ ਹਿਸਾਬ ਨਾਲ ਆਪਾਂ ਸਵਾਲ ਕੱਢਦੇ ਹਾਂ। ਦੇਖੋ ਜੋ ਹਾਈਟ ਹੈ ਉਚਾਈ ਹੈ ਉਹ 5 ਮੀਟਰ ਆ, ਗੁਰੂਤਾ ਪ੍ਰਵੇਗ ਜੋ ਹੈ 9.8 ਭਾਵ ਜਿਸ ਨੂੰ ਆਪਾਂ 10 ਮੰਨਿਆ ਸੀ ਪਿੱਛੇ। ਸਥਿਤਿਜ ਊਰਜਾ ਦਾ ਫਾਰਮੂਲਾ ਸਾਨੂੰ ਪਤਾ ਹੈ M ਗੁਣਾ G ਗੁਣਾ H, ਭਾਵ ਕਿ M ਜੋ ਹੈ ਉਹ ਮਾਸ ਪੁੰਜ ਹੈ, G ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਜਿਸ ਦੀ ਵੈਲਿਊ 9.8 ਜਾਂ ਆਪਾਂ 10 ਮੰਨਦੇ ਹਾਂ, ਅਤੇ ਉਚਾਈ ਸਾਨੂੰ 5 ਮੀਟਰ ਦਿੱਤੀ ਹੈ। ਅਤੇ ਇਸ ਨੂੰ ਵੈਲਿਊ ਪੁੱਟ ਕਰਨ 'ਤੇ ਆਪਾਂ ਦਾ ਜੋ ਹੈ 1960 ਜੂਲ ਆਇਆ। ਹੁਣ ਠੀਕ ਅੱਧੇ ਰਸਤੇ ਉੱਤੇ ਗਤਿਜ ਊਰਜਾ ਬਰਾਬਰ ਕਾਹਦੇ? ਸਥਿਤਿਜ ਊਰਜਾ ਅਪੋਨ 2 ਭਾਵ ਉਹਦਾ ਹਾਫ ਹੋਏਗੀ, ਅਤੇ ਇਸ ਕਰਕੇ ਇਸ ਦਾ ਆਨਸਰ ਜੋ ਆਏਗਾ 980 ਜੂਲ ਆਏਗਾ। ਪ੍ਰਸ਼ਨ ਨੰਬਰ 11, ਪ੍ਰਿਥਵੀ ਦੇ ਚਾਰੇ ਪਾਸੇ ਘੁੰਮਦੇ ਕਿਸੇ ਉਪਗ੍ਰਹਿ ਉੱਤੇ ਗੁਰੂਤਵ ਬਲ ਦੁਆਰਾ ਕਿੰਨਾ ਕਾਰਜ ਕੀਤਾ ਜਾਵੇਗਾ? ਆਪਣੇ ਉੱਤਰ ਨੂੰ ਤਰਕ ਸੰਗਤ ਬਣਾਓ। ਇਸ ਦਾ ਉੱਤਰ ਹੈ 0, ਕਿਉਂਕਿ ਇਸ ਸਥਿਤੀ ਵਿੱਚ ਆਪਾਂ ਪਹਿਲੇ ਵੀ ਇਹਦੇ ਨਾਲ ਬਹੁਤ ਸਾਰੇ ਸਵਾਲ ਕਰਦੇ ਹਾਂ, ਕਿਉਂਕਿ ਜੋ ਕੋਣ ਹੈ 90 ਡਿਗਰੀ ਦਾ ਹੈ ਅਤੇ ਕੋਸ 90 ਡਿਗਰੀ ਜੋ ਹੁੰਦਾ ਹੈ 0 ਹੁੰਦਾ ਹੈ। ਇਸ ਕਰਕੇ ਜੋ ਐਸ ਹੋ ਜਾਂਦਾ ਹੈ 0 ਡਿਗਰੀ ਹੋਣ ਕਰਕੇ ਐਫ ਨੂੰ ਐਸ ਨਾਲ ਮਲਟੀਪਲਾਈ ਕਰਦੇ ਹਾਂ ਅਤੇ ਆਨਸਰ 0 ਆਵੇਗਾ। ਪ੍ਰਸ਼ਨ ਨੰਬਰ 12, ਕੀ ਕਿਸੇ ਪਿੰਡ ਉੱਤੇ ਲੱਗਣ ਵਾਲੇ ਕਿਸੇ ਵੀ ਵੱਲ ਦੀ ਗੈਰ ਮੌਜੂਦਗੀ ਵਿੱਚ ਇਸ ਦਾ ਵਿਸਥਾਪਨ ਹੋ ਸਕਦਾ ਹੈ? ਸੋਚੋ। ਇਸ ਪ੍ਰਸ਼ਨ ਦੇ ਬਾਰੇ ਵਿੱਚ ਆਪਣੇ ਮਿੱਤਰਾਂ ਅਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰੋ। ਉੱਤਰ ਹਾਂ, ਸਿੱਧੀ ਰੇਖਾ ਵਿੱਚ ਇੱਕ ਸਮਾਨ ਗਤੀ ਵਿੱਚ ਵਿਸਥਾਪਨ ਦਾ ਵਸਤੂ ਦਾ ਵਿਸਥਾਪਨ ਬਿਨਾਂ ਕਿਸੇ ਬਲ ਤੋਂ ਵੀ ਹੋ ਸਕਦਾ ਹੈ। ਪ੍ਰਸ਼ਨ ਨੰਬਰ 13, ਕੋਈ ਮਨੁੱਖ ਘਾਹ ਫੂਸ ਦੀ ਇੱਕ ਪੰਡ ਨੂੰ ਆਪਣੇ ਸਿਰ ਉੱਤੇ 30 ਮਿੰਟ ਤੱਕ ਰੱਖਦਾ ਹੈ ਅਤੇ ਥੱਕ ਜਾਂਦਾ ਹੈ। ਕੀ ਉਸ ਨੇ ਕੁਝ ਕਾਰਜ ਕੀਤਾ ਜਾਂ ਨਹੀਂ? ਕਾਰਜ ਤਾਂ ਉਸਨੇ 0 ਕਾਰਜ ਹੈ, ਕਿਉਂਕਿ ਉਸਨੇ ਕੋਈ ਵੀ ਵਿਸਥਾਪਨ ਨਹੀਂ ਕੀਤਾ। ਉਸ ਉੱਤੇ ਬਲ ਤਾਂ ਬਹੁਤ ਲੱਗਦਾ ਰਿਹਾ, ਪਰ ਆਪਾਂ ਕਾਰਜ ਉਦੋਂ ਮੰਨਦੇ ਹਾਂ ਜੇਕਰ ਉਹ ਕੋਈ ਨਾ ਕੋਈ ਗਤੀ ਕਰਦਾ ਜਾਂ ਵਿਸਥਾਪਨ ਹੁੰਦਾ ਉਹਦੇ ਵਿੱਚ। ਉਹ ਇੱਕ ਜਗ੍ਹਾ ਖੜਾ ਰਿਹਾ, ਇਸ ਕਰਕੇ ਕੋਈ ਵੀ ਕਾਰਜ ਭਾਵ ਵਿਸਥਾਪਨ ਨਹੀਂ ਹੋਇਆ। ਵਿਸਥਾਪਨ 0 ਹੋਣ ਕਰਕੇ ਜਦੋਂ ਆਪਾਂ ਬਲ ਗੁਣਾ ਵਿਸਥਾਪਨ 0 ਨਾਲ ਉਸ ਨੂੰ ਮਲਟੀਪਲਾਈ ਕੀਤਾ ਤਾਂ ਆਨਸਰ ਜੋ ਸਾਡਾ 0 ਆਇਆ, 0 ਆਇਆ। ਇਸ ਕਰਕੇ ਕੋਈ ਵੀ ਵਿਅਕਤੀ ਖੜਾ ਹੈ ਜਾਂ ਕਿਸੇ ਆਪਾਂ ਚਟਾਨ ਨੂੰ ਧੱਕਾ ਲਗਾਉਂਦੇ ਹਾਂ, ਕਿਸੇ ਕੰਧ ਨੂੰ ਧੱਕਾ ਲਗਾਉਂਦੇ ਹਾਂ, ਕੋਈ ਸੂਟਕੇਸ ਚੱਕ ਕੇ ਸਿਰ 'ਤੇ ਖੜਾ ਹੈ, ਅਤੇ ਇਸ ਤਰ੍ਹਾਂ ਜੋ ਉਦੋਂ ਤੱਕ ਗਤੀ ਨਹੀਂ ਕਰਦਾ, ਇਸ ਦਾ ਆਨਸਰ ਹਮੇਸ਼ਾ ਹੀ 0 ਆਵੇਗਾ। ਪ੍ਰਸ਼ਨ ਨੰਬਰ 14, ਇੱਕ ਬਿਜਲੀ ਹੀਟਰ ਦੀ ਘੋਸ਼ਿਤ ਸ਼ਕਤੀ 1500 ਵਾਟ ਹੈ। 10 ਘੰਟੇ ਵਿੱਚ ਇਹ ਕਿੰਨੀ ਊਰਜਾ ਉਪਯੋਗ ਕਰੇਗਾ? ਇਸ ਦਾ ਉੱਤਰ ਹੈ, ਕਿਉਂਕਿ ਸਾਨੂੰ ਸ਼ਕਤੀ ਪਤਾ ਹੁੰਦਾ ਹੈ ਕਾਹਦੇ ਬਰਾਬਰ ਹੈ, ਇਸ ਵਿੱਚ ਜੋ ਪਾਵਰ ਹੈ ਉਹ 1500 ਵਾਟ ਹੈ, ਅਤੇ 1500 ਵਾਟ ਨੂੰ ਜਦੋਂ ਆਪਾਂ ਕਿਲੋ ਵਾਟ ਵਿੱਚ ਕਨਵਰਟ ਕਰਾਂਗੇ ਤਾਂ ਇਹ ਆ ਜਾਏਗਾ 1.5 ਕਿਲੋ ਵਾਟ। ਅਤੇ ਹੁਣ ਸਮਾਂ ਸਾਡੇ ਕੋਲ ਜੋ ਹੈ 10 ਘੰਟੇ ਹਨ, ਇਸ ਕਰਕੇ ਆਪਾਂ ਊਰਜਾ ਬਰਾਬਰ ਹੁੰਦੀ ਹੈ, ਆਪਾਂ ਜਦੋਂ ਪਾਵਰ ਇੰਟੂ ਸ਼ਕਤੀ ਗੁਣਾ ਸਮਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਇਸ ਦਾ ਉੱਤਰ ਆਏਗਾ 15 ਕਿਲੋ ਵਾਟ ਪ੍ਰਤੀ ਘੰਟਾ। ਪ੍ਰਸ਼ਨ ਨੰਬਰ 15, ਜਦੋਂ ਅਸੀਂ ਕਿਸੇ ਸਰਲ ਪੈਂਡੂਲਮ ਨੂੰ ਇੱਕ ਤਰਫ ਤੋਂ ਲੈ ਕੇ ਛੱਡਦੇ ਹਾਂ ਤਾਂ ਇਹ ਡੋਲਣ ਲੱਗਦਾ ਹੈ। ਇਸ ਵਿੱਚ ਹੋਣ ਵਾਲੇ ਊਰਜਾ ਪਰਿਵਰਤਨਾਂ ਦੀ ਚਰਚਾ ਕਰਦੇ ਹੋਏ ਊਰਜਾ ਸੰਰਖਣ ਦੇ ਨਿਯਮ ਨੂੰ ਸਪਸ਼ਟ ਕਰੋ। ਡੋਲ ਕੁਝ ਸਮੇਂ ਬਾਅਦ ਵਿਰਾਮ ਅਵਸਥਾ ਵਿੱਚ ਕਿਉਂ ਆ ਜਾਂਦਾ ਹੈ ਅਤੇ ਇਸ ਦੀ ਊਰਜਾ ਦਾ ਕੀ ਹੁੰਦਾ ਹੈ? ਕੀ ਇਹ ਊਰਜਾ ਸੰਰਖਣ ਦਾ ਉਲੰਘਣ ਹੈ? ਸਿਖਰਲੀ ਸਥਿਤੀ ਤੋਂ, ਇਸ ਦਾ ਉੱਤਰ ਹੈ ਸਿਖਰਲੀ ਸਥਿਤੀ ਤੋਂ ਪੈਂਡੂਲਮ ਦੀ ਸਥਿਤਿਜ ਊਰਜਾ ਅਧਿਕਤਮ ਅਤੇ ਗਤਿਜ ਊਰਜਾ 0 ਹੁੰਦੀ ਹੈ।
ਹੇਠਾਂ ਵੱਲ ਆਉਂਦੇ ਸਮੇਂ ਸਥਿਤਜ ਊਰਜਾ ਘਟਦੀ ਜਾਂਦੀ ਹੈ ਅਤੇ ਗਤਿਜ ਊਰਜਾ ਵੱਧਦੀ ਜਾਂਦੀ ਹੈ। ਮੱਧ ਸਥਿਤੀ ਵਿੱਚ ਆ ਕੇ ਗਤਿਜ ਊਰਜਾ ਅਧਿਕਤਮ ਅਤੇ ਸਥਿਤਜ ਊਰਜਾ ਸਿਫਰ ਹੋ ਜਾਂਦੀ ਹੈ। ਹਰ ਸਥਿਤੀ ਵਿੱਚ ਗਤਿਜ ਊਰਜਾ ਅਤੇ ਸਥਿਤਜ ਊਰਜਾ ਦਾ ਕੁੱਲ ਜੋੜ ਬਰਾਬਰ ਹੀ ਰਹਿੰਦਾ ਹੈ। ਇਸ ਲਈ ਇਹ ਊਰਜਾ ਸੰਰਖਣ ਦੇ ਨਿਯਮ ਦਾ ਉਲੰਘਣ ਨਹੀਂ ਹੈ। ਹਵਾ ਦੇ ਰਗੜ ਬਲ ਕਾਰਨ ਪੈਂਡੂਲਮ ਦਾ ਡੋਲਕ ਕੁਝ ਸਮੇਂ ਬਾਅਦ ਵਿਰਾਮ ਅਵਸਥਾ ਵਿੱਚ ਆ ਜਾਂਦਾ ਹੈ। ਇਸ ਕਰਕੇ ਊਰਜਾ ਸੰਰਖਣ ਦਾ ਨਿਯਮ ਨਹੀਂ ਹੈ, ਕਿਉਂਕਿ ਇੱਕ ਊਰਜਾ ਦਾ ਰੂਪ ਦੂਜੇ ਊਰਜਾ ਵਿੱਚ ਤਾਂ ਪਰਿਵਰਤਿਤ ਹੋ ਸਕਦਾ ਹੈ, ਪਰੰਤੂ ਕੁੱਲ ਊਰਜਾ ਜਿਹੜੀ ਆ ਉਹ ਜਿਹੜੀ ਸੀ ਹਮੇਸ਼ਾ ਸਥਿਰ ਰਹਿੰਦੀ ਹੈ। ਇਸ ਕਰਕੇ ਇੱਕ ਰੂਪ ਦੂਜੇ ਰੂਪ ਵਿੱਚ ਬਦਲ ਸਕਦਾ ਹੈ। ਇਹ ਹੀ ਊਰਜਾ ਦਾ ਸੰਰਖਣ ਨਿਯਮ ਹੈ। ਉੱਥੇ ਇਸੇ ਤਰ੍ਹਾਂ ਹੋਇਆ ਹੈ। ਇਸ ਕਰਕੇ ਇਹ ਕੋਈ ਵੀ ਊਰਜਾ ਸੰਰਖਣ ਨਿਯਮ ਦਾ ਉਲੰਘਣ ਨਹੀਂ ਹੈ। ਪ੍ਰਸ਼ਨ ਨੰਬਰ 16, ਐਮ ਪੁੰਜ ਦਾ ਇੱਕ ਪਿੰਡ ਨਿਯਤ ਵੇਗ v ਨਾਲ ਗਤੀਸ਼ੀਲ ਹੈ। ਪਿੰਡ ਉੱਤੇ ਕਿੰਨਾ ਕਾਰਜ ਕਰਨਾ ਚਾਹੀਦਾ ਹੈ ਕਿ ਇਹ ਵਿਰਾਮ ਅਵਸਥਾ ਵਿੱਚ ਆ ਜਾਵੇ? ਇਸ ਦਾ ਉੱਤਰ ਹੈ ਗਤਿਜ ਊਰਜਾ ਹਾਫ mv²। ਜਿੰਨਾ ਕਾਰਜ ਗਤੀ ਤੋਂ ਉਲਟ ਦਿਸ਼ਾ ਵਿੱਚ ਕਰਨ 'ਤੇ ਪਿੰਡ ਵਿਰਾਮ ਅਵਸਥਾ ਵਿੱਚ ਆ ਜਾਵੇਗਾ। ਪ੍ਰਸ਼ਨ ਨੰਬਰ 17, 1500 ਕਿਲੋਗ੍ਰਾਮ ਪੁੰਜ ਦੀ ਕਾਰ ਨੂੰ 60 ਕਿਲੋਮੀਟਰ ਪ੍ਰਤੀ ਆਵਰਜ ਦੇ ਵੇਗ ਨਾਲ ਚੱਲ ਰਹੀ ਹੈ। ਰੋਕਣ ਦੇ ਲਈ ਕੀਤੇ ਗਏ ਕਾਰਜ ਦਾ ਪਰਿਕਲਨ ਕਰੋ। ਇਸ ਦਾ ਉੱਤਰ ਹੈ ਪੁੰਜ ਜੋ ਹੈ 1500 ਕਿਲੋਗ੍ਰਾਮ ਹੈ ਅਤੇ ਵੇਗ ਨਾਲ ਚੱਲ ਰਹੀ ਸੀ ਉਹ 60 ਕਿਲੋਮੀਟਰ ਪ੍ਰਤੀ ਘੰਟਾ। ਅਤੇ ਜਦੋਂ ਇਸ ਨੂੰ ਆਪਾਂ ਮਲਟੀਪਲਾਈ ਕਰਾਂਗੇ ਦੇਖੋ ਤਾਂ ਇਸ ਦਾ ਉੱਤਰ ਜੋ ਪਿੱਛੇ ਸੋਲਵ ਕੀਤਾ ਗਿਆ ਹੈ ਉਸ ਧਿਆਨ ਨਾਲ ਦੇਖੋ, ਅਤੇ ਇਸ ਤਰ੍ਹਾਂ ਇਸ ਦਾ ਆਨਸਰ ਜੋ ਹੈ ਕਾਰਜ ਹੈ ਜੂਲ ਵਿੱਚ ਆਵੇਗਾ। ਇਸ ਨਿਊਮੈਰੀਕਲ ਨੂੰ ਆਪਣੇ ਧਿਆਨ ਨਾਲ ਕਾਪੀ 'ਤੇ ਕੱਢ ਕੇ ਦੇਖੋ। ਪ੍ਰਸ਼ਨ ਨੰਬਰ 18, ਹੇਠਾਂ ਦਿੱਤੇ ਚਿੱਤਰ ਵਿੱਚ ਹਰੇਕ ਸਥਿਤੀ ਵਿੱਚ ਦਰਾਮਨ ਦੇ ਇੱਕ ਪਿੰਡ ਉੱਤੇ ਇੱਕ ਬਲ F ਲੱਗ ਰਿਹਾ ਹੈ। ਵਿਸਥਾਪਨ ਦੀ ਦਿਸ਼ਾ ਪੱਛਮ ਤੋਂ ਪੂਰਬ ਵੱਲ ਹੈ, ਜੋ ਇੱਕ ਲੰਬੇ ਤੀਰ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ। ਚਿੱਤਰ ਨੂੰ ਧਿਆਨਪੂਰਵਕ ਵੇਖੋ ਅਤੇ ਦੱਸੋ ਕਿ ਕੀਤਾ ਗਿਆ ਕਾਰਜ ਰਿਣਾਤਮਕ ਹੈ ਜਾਂ ਜ਼ੀਰੋ। ਆਪਾਂ 3 ਚਿੱਤਰ ਦੇਖ ਰਹੇ ਹਾਂ। ਇਸ ਵਿੱਚ ਪਹਿਲੀ ਸਥਿਤੀ ਵਿੱਚ ਜੋ ਹੈ ਊੜਾ, ਪਹਿਲੀ ਸਥਿਤੀ ਵਿੱਚ ਕਾਰਜ ਜ਼ੀਰੋ ਹੈ ਕਿਉਂਕਿ ਬਲ ਅਤੇ ਵਿਸਥਾਪਨ ਕੋਣ 90 ਡਿਗਰੀ ਬਣ ਰਿਹਾ ਹੈ। ਅਤੇ ਆਪਾਂ ਪੜ੍ਹਿਆ ਸੀ ਜਦੋਂ ਬਲ ਅਤੇ ਕੋਣ 90 ਡਿਗਰੀ ਹੋਊਗਾ cos ਥੀਟਾ 90 ਡਿਗਰੀ ਜਿਹੜਾ ਆ ਉਹ ਜ਼ੀਰੋ ਦੇ ਬਰਾਬਰ ਹੋ ਗਿਆ। ਇਸ ਕਰਕੇ ਉਹ ਕਾਰਜ ਜ਼ੀਰੋ ਹੋਏਗਾ। ਦੂਜੀ ਸਥਿਤੀ ਵਿੱਚ ਕਾਰਜ ਧਨਾਤਮਕ ਹੈ ਕਿਉਂਕਿ ਬਲ ਅਤੇ ਵਿਸਥਾਪਨ ਇੱਕੋ ਦਿਸ਼ਾ ਵਿੱਚ ਹੋ ਰਹੇ ਆ। ਅਤੇ ਤੀਜੀ ਸਥਿਤੀ ਵਿੱਚ ਕਾਰਜ ਰਿਣਾਤਮਕ ਹੈ ਕਿਉਂਕਿ ਉਹ ਜੋ ਬਲ ਹੈ ਬਲ ਤੋਂ ਉਲਟ ਦਿਸ਼ਾ ਵਿੱਚ ਜਿਹੜਾ ਆ ਵਿਸਥਾਪਨ ਹੋ ਰਿਹਾ ਹੈ। ਇਸ ਕਰਕੇ ਉਹ ਜੋ ਹੈ ਰਿਣਾਤਮਕ ਕਾਰਜ ਹੈ। ਪ੍ਰਸ਼ਨ ਨੰਬਰ 19, ਸੋਨੀ ਕਹਿੰਦੀ ਹੈ ਕਿ ਕਿਸੇ ਵਸਤੂ ਉੱਤੇ ਪ੍ਰਵੇਗ ਜ਼ੀਰੋ ਹੋ ਸਕਦਾ ਹੈ ਚਾਹੇ ਉਸ ਉੱਤੇ ਕੋਈ ਵੀ ਬਲ ਕਾਰਜ ਕਰ ਰਿਹਾ ਹੋਵੇ। ਕੀ ਤੁਸੀਂ ਸਹਿਮਤ ਹੋ? ਦੱਸੋ ਕਿਉਂ? ਹਾਂ, ਵਸਤੂ ਉੱਤੇ ਲੱਗ ਰਹੇ ਬਲ ਦੇ ਬਾਵਜੂਦ ਵੀ ਪ੍ਰਵੇਗ ਜ਼ੀਰੋ ਹੋ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਕੁਝ ਬਲ ਸੰਤੁਲਿਤ ਬਲ ਰਹੇ। ਕੁੱਲ ਬਲ ਜਿਹੜਾ ਉੱਤੇ ਲੱਗਣਾ, ਟੋਟਲ ਫੋਰਸ ਲੱਗਣੀ ਹੈ ਉਹ ਬੈਲੈਂਸਡ ਫੋਰਸ ਹੋਣੀ ਚਾਹੀਦੀ, ਸੰਤੁਲਿਤ ਬਲ ਹੋਣੀ ਚਾਹੀਦੀ ਆ। ਇਸ ਕਰਕੇ ਉਹ ਜਿੰਨਾ ਮਰਜ਼ੀ ਬਲ ਲਗਾਈ ਜਾ ਦੋਨੋਂ ਸਾਈਡ ਤੋਂ ਵਸਤੂ ਕੋਈ ਵੀ ਵਿਸਥਾਪਨ ਨਹੀਂ ਕਰੇਗੀ। ਇਸ ਕਰਕੇ ਉਸ ਦਾ ਪ੍ਰਵੇਗ ਜਿਹੜਾ ਹੈ ਜ਼ੀਰੋ ਹੀ ਰਹੇਗਾ। ਇਸ ਕਰਕੇ ਜ਼ੀਰੋ ਹੋ ਸਕਦਾ ਹੈ। ਪ੍ਰਸ਼ਨ ਨੰਬਰ 20, 4 ਉਪਕਰਨ ਜਿਨ੍ਹਾਂ ਵਿੱਚ ਹਰੇਕ ਦੀ ਸ਼ਕਤੀ 500 ਵਾਟ ਹੈ 10 ਘੰਟੇ ਤੱਕ ਉਪਯੋਗ ਵਿੱਚ ਲਿਆਈ ਜਾਂਦੀ ਹੈ। ਇਸ ਦੇ ਦੁਆਰਾ ਖਰਚ ਕੀਤੀ ਗਈ ਊਰਜਾ ਕਿਲੋ ਵਾਟ ਆਵਰਸ ਵਿੱਚ ਪਰਿਕਲਿਤ ਕਰੋ। ਸਮਾਂ ਹੈ, ਟਾਈਮ ਜੋ ਹੈ 10 ਆਵਰਸ ਆ। ਸ਼ਕਤੀ 500 ਵਾਟ ਹੈ। ਇਸ ਕਰਕੇ 500 ਵਾਟ ਨੂੰ ਆਪਾਂ ਕਿਲੋ ਵਾਟ ਵਿੱਚ 1000 ਨਾਲ ਡਿਵਾਈਡ ਕਰ ਲਵਾਂਗੇ ਤਾਂ 0.5 ਕਿਲੋ ਵਾਟ ਹੋ ਜਾਏਗਾ। 4 ਯੰਤਰਾਂ ਦੁਆਰਾ ਖਰਚ ਕੀਤੀ ਗਈ ਊਰਜਾ ਜਿਹੜਾ ਹੈ ਆਪਾਂ ਇਹਨੂੰ ਮਲਟੀਪਲਾਈ 4 ਨਾਲ ਕਰ ਜਾਵਾਂਗੇ ਕਿਉਂਕਿ 4 ਆਪਰੇਟਸ ਆ, 4 ਯੰਤਰ ਆ 4। ਇਸ ਕਰਕੇ 4 ਗੁਣਾ P ਪਾਵਰ ਗੁਣਾ ਟਾਈਮ, ਇਹ ਆਨਸਰ ਆਏਗਾ 20 ਕਿਲੋ ਵਾਟ ਪਰ ਆਵਰਸ, ਕਿਲੋ ਵਾਟ ਇੰਟੂ ਆਵਰਸ। ਪ੍ਰਸ਼ਨ ਨੰਬਰ 21, ਮੁਕਤ ਰੂਪ ਵਿੱਚ ਡਿੱਗਦਾ ਇੱਕ ਪਿੰਡ ਜੋ ਧਰਤੀ ਤੱਕ ਪਹੁੰਚਣ ਤੱਕ ਰੁਕ ਜਾਂਦਾ ਹੈ, ਇਸ ਦੀ ਗਤਿਜ ਊਰਜਾ ਦਾ ਕੀ ਹੁੰਦਾ ਹੈ? ਉੱਤਰ, ਮੁਕਤ ਰੂਪ ਵਿੱਚ ਡਿੱਗ ਰਹੇ ਪਿੰਡ ਦੀ ਗਤਿਜ ਊਰਜਾ ਤਾਪ ਊਰਜਾ, ਧੁਨੀ ਊਰਜਾ ਅਤੇ ਪਿੰਡ ਦੇ ਆਕਾਰ ਪਰਿਵਰਤਨ ਕਾਰਨ ਸਮਾਈ ਸਥਿਤਿਜ ਊਰਜਾ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਪਿਆਰੇ ਬੱਚਿਓ, ਮੈਨੂੰ ਆਸ ਹੈ ਕਿ ਤੁਹਾਨੂੰ ਜੋ ਹੈ
ਇਹ ਪੂਰਾ ਲੈਸਨ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਨੂੰ ਵਾਰ-ਵਾਰ ਇਸ ਦੀ ਪ੍ਰੈਕਟਿਸ ਕਰੋਗੇ ਤਾਂ ਇਹ ਲੈਸਨ ਤੁਹਾਨੂੰ ਅੱਛੀ ਤਰ੍ਹਾਂ ਜੋ ਸਮਝ ਆ ਜਾਵੇਗਾ। ਇਸ ਕਰਕੇ ਇਸ ਤਰ੍ਹਾਂ ਦੇ ਹੋਰ ਵੀ ਜੋ ਲੈਸਨਸ ਹਨ ਅਤੇ ਉਹਨਾਂ ਦੀਆਂ ਫੁੱਲ ਐਕਸਰਸਾਈਜ਼ ਸੋਲਵ ਨੂੰ ਦੇਖਣ ਲਈ, ਸਮਝਣ ਲਈ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ। ਆਲ ਦਾ ਬੈਸਟ। ਥੈਂਕ ਯੂ। ਧੰਨਵਾਦ।